ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਗੁਰਮਤ ਫਿਲਾਸਫੀ ਨਾਲ ਸੰਬੰਧਿਤ ਵਿਸ਼ਿਆਂ ਦੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹਨ। ਅੱਜ ਦਾ ਜੋ ਵਿਸ਼ਾ ਆਪ ਜੀ ਨੇ ਚੁਣਿਆ ਹੈ ਉਹ ਸਿੱਖੀ ਦੇ ਮੂਲ ਮੰਤਰ ਦਾ ਜੋ ਮੇਨ ਵਿਸ਼ਾ ਹੈ, ਜੋ ਸਿੱਖ ਧਰਮ ਦੀ ਬੁਨਿਆਦ ਹੈ, ਉਸ ਦੇ ਬਾਰੇ 'ਚ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ। ਵਿਸ਼ਾ ਹੈ ਅਕਾਲ ਪੁਰਖ। ਵੀਰ ਹਰਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਆਰੰਭ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦਾ ਵਿਸ਼ਾ ਅਕਾਲ ਪੁਰਖ ਜੋ ਅਸੀਂ ਵਿਚਾਰ ਕਰਾਂਗੇ। ਅਕਾਲ ਪੁਰਖ ਕੀ ਹੈ? ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਇਨਸਾਨ ਨੂੰ ਕਦੋਂ ਹੋਇਆ? ਅਕਾਲ ਪੁਰਖ ਦੇ ਗੁਣ ਕਿਹੜੇ ਹਨ? ਕੁਛ ਇਸ ਤਰ੍ਹਾਂ ਦੀਆਂ ਵਿਚਾਰਾਂ ਹਨ ਜੋ ਲਗਾਤਾਰ ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਹਰ ਪੱਖ ਜਿਹੜਾ ਹੈ ਛੂਹ ਲਈਏ। ਅਕਾਲ ਪੁਰਖ ਦੇ ਗੱਲ ਕਰਨ ਲੱਗਿਆਂ ਇਹ ਮੰਨ ਕੇ ਹੀ ਚੱਲਣਾ ਚਾਹੀਦਾ ਹੈ ਕਿ ਉਹ ਇੰਨੀ ਮਹਾਨ ਹਸਤੀ ਦੇ ਅੰਤ ਦੁਆਰੇ ਗੱਲਬਾਤ ਕੀਤੀ ਨਹੀਂ ਜਾ ਸਕਦੀ, ਨਾ ਹੀ ਉਹਦੇ ਸਾਰੇ ਗੁਣਾਂ ਨੂੰ ਇਹ ਜ਼ਬਾਨ ਬਿਆਨ ਕਰ ਸਕਦੀ ਹੈ। ਜੇਬਾ ਇੱਕ ਕਵਨ ਗੁਣ ਦੀਏ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਦੇ। ਉਹ ਬੇਸ਼ੁਮਾਰ ਹੈ, ਬੇਅੰਤ ਹੈ, ਜਿਹਦਾ ਅੰਤ ਕੋਈ ਨਹੀਂ। ਜਿਹਦਾ ਅੰਤ ਕੋਈ ਨਹੀਂ ਤੇ ਉਹਦੀ ਗੱਲ ਵੀ ਅਸੀਂ ਅੰਤ ਦੀ ਕਰ ਨਹੀਂ ਸਕਦੇ। ਤਬ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨਤ ਸਮਤ। ਕੇਵਲ ਕਰਮ ਜੋ ਕਰ ਹਨ ਉਹਨਾਂ ਵੱਲ ਦੇਖ ਕੇ ਕੁਝ ਕੁ ਗੁਣ ਅਸੀਂ ਬਿਆਨ ਕਰ ਸਕਦੇ ਹਾਂ। ਉਸਦੇ ਸਾਰੇ ਗੁਣਾਂ ਨੂੰ ਜਾਂ ਉਸਦੀ ਆਈਡੈਂਟਿਟੀ ਨੂੰ ਜਾਂ ਉਸਦੀ ਪੂਰੀ ਰੂਪ ਰੇਖਾ ਨੂੰ ਅਸੀਂ ਅੱਖਰਾਂ 'ਚ ਨਹੀਂ ਬਣ ਸਕਦੇ। ਇਹ ਗੱਲ ਪਹਿਲਾਂ ਹੀ ਸਾਨੂੰ ਸਮਝ ਵਿੱਚ ਰੱਖਣੀ ਚਾਹੀਦੀ ਹੈ ਅਕਾਲ ਪੁਰਖ ਦੀ ਗੱਲ ਕਰਨ ਲੱਗੇ। ਪਰ ਜੋ ਗੁਰਮਤ ਦੇ ਵਿੱਚ ਅਕਾਲ ਪੁਰਖ ਦੀ ਗੱਲ ਕੀਤੀ ਗਈ, ਚਿੰਤਨ ਕੀਤਾ ਗਿਆ ਗੁਰਮਤ ਫਿਲਾਸਫੀ ਦੇ ਵਿੱਚ, ਉਹਦੇ ਵਿੱਚੋਂ ਹੀ ਕੁਝ ਵਿਚਾਰਾਂ ਆਪਾਂ ਰਲ ਮਿਲ ਕੇ ਕਰਦੇ ਰਹਾਂਗੇ। ਤਾਂ ਜਿਹੜੀ ਹਸਤੀ ਦਿਸਦੇ ਤੇ ਅਣਦਿਸਦੇ ਸੰਸਾਰ ਨੂੰ ਹੋਂਦ ਵਿੱਚ ਲਿਆਉਂਦੀ ਹੈ, ਉਹਦਾ ਨਾਮ ਅਕਾਲ ਪੁਰਖ ਹੈ। ਇੱਕ ਸ਼ਾਰਟ ਜਿਹੀ ਗੱਲ ਕਿ ਜਿਹੜੀ ਦਿਸਦੇ ਤੇ ਅਣਦਿਸਦੇ, ਜੋ ਅਸੀਂ ਅੱਖਾਂ ਨਾਲ ਵੇਖ ਸਕਦੇ ਹਾਂ, ਜੋ ਅੱਖਾਂ ਨਾਲ ਨਹੀਂ ਵੀ ਦੇਖ ਸਕਦੇ, ਜਿਹੜੀ ਤਾਕਤ ਨੇ ਇਹ ਇਸ ਦ੍ਰਿਸ਼ਟ ਨੂੰ ਬਣਾਇਆ ਤੇ ਅਦ੍ਰਿਸ਼ਟ ਨੂੰ ਬਣਾਇਆ, ਜਿਹਨੂੰ ਅਸੀਂ ਅੱਖਾਂ ਨਾਲ ਦੇਖ ਨਹੀਂ ਸਕਦੇ, ਉਹ ਤਾਕਤ, ਉਹ ਹਸਤੀ ਦਾ ਨਾਮ ਅਕਾਲ ਪੁਰਖ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਸ ਅਕਾਲ ਪੁਰਖ ਦੇ ਗੁਣਾਂ ਨੂੰ ਜਦੋਂ ਬਿਆਨ ਕੀਤਾ ਤਾਂ ਉਹ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਬਸ ਇਹਦੇ ਵਿੱਚ ਹੀ ਸਾਰੇ ਸਮਾ ਜਾਂਦੇ ਨੇ। ਕਈ ਵਾਰੀ ਐਸਾ ਛੋਟਾ ਸਰੂਪ ਵੀ ਸਾਨੂੰ ਮਿਲਦਾ ਹੈ ਜਿਹਨੂੰ ਸਿੱਖੀ ਦਾ ਮੂਲ ਮੰਤਰ ਕਿਹਾ ਜਾਂਦਾ ਹੈ। ਮੂਲ ਮੰਤਰ ਦਾ ਅਰਥ ਮੁੱਢਲਾ ਮੰਤਰ ਹੈ ਜਿੱਥੋਂ ਸਾਰੀ ਸੇਧ ਅਸੀਂ ਲੈਣੀ। ਅਸਲ ਵਿੱਚ ਸਾਨੂੰ ਇੱਕ ਓੰਕਾਰ ਦੀ ਹੀ ਸਮਝ ਨਹੀਂ ਆਈ, ਜਿਸ ਕਰਕੇ ਸਿੱਖ ਜਗਤ ਅੱਜ ਵੀ ਭਰਮਾਂ ਭੁਲੇਖਾਂ, ਪਖੰਡੀਆਂ, ਡੰਬੀਆਂ, ਮੂਰਤੀ ਪੂਜਾ ਤੇ ਹੋਰ ਕੁਝ ਭੁਲੇਖਿਆਂ ਵਿੱਚ ਪਿਆ ਹੋਇਆ। ਇੱਕ ਲਫ਼ਜ਼ ਵੀ ਕੇਵਲ ਸਮਝ ਆ ਜਾਂਦਾ, ਇੱਕ ਓੰਕਾਰ, ਤਾਂ ਫਿਰ ਸਾਡੇ ਜੀਵਨ ਦੇ ਵਿੱਚੋਂ ਕੋਈ ਵੀ ਅਭੇਦ ਭਾਵ, ਫਿਰਨ, ਚਿੰਤਾ, ਫਿਕਰ ਇਹ ਮਿਟ ਜਾਂਦੇ। ਸਾਡੀ ਇਹ ਨਲਾਇਕੀ ਸਮਝ ਲਈਏ, ਬਦਕਿਸਮਤੀ ਸਮਝ ਲਈਏ ਕਿ ਅਸੀਂ ਅਜੇ ਤੱਕ ਵੀ ਇੱਕ ਓੰਕਾਰ ਦੀ ਫਿਲਾਸਫੀ ਨੂੰ ਹੀ ਨਹੀਂ ਸਮਝਿਆ ਕਿ ਕਿੰਨਾ ਵੱਡਾ ਇਹ ਸ਼ਬਦ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਸਭ ਨੂੰ ਦਿੱਤਾ। ਇਹਦੀ ਵਿਚਾਰ ਅਸੀਂ ਬਹੁਤ ਵਾਰੀ ਕਰ ਚੁੱਕੇ ਹਾਂ। ਮੈਂ ਸਿਰਫ ਸ਼ਾਰਟ 'ਚ ਹੀ, ਸੰਖੇਪ 'ਚ ਹੀ ਗੱਲ ਕਰਾਂਗਾ ਕਿ ਹਸਤੀ ਕੇਵਲ ਇੱਕ ਹੈ, ਇੱਕ ਰਸ ਵਿਆਪਕ ਹੈ। ਉਹ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ। ਉਹ ਸਾਰਿਆਂ ਵਿੱਚ
ਵਿਆਪਕ ਹੋ ਕੇ ਸ਼ਬਦ ਨੂੰ ਧਾਰਨ ਕਰਨ ਵਾਲੀ ਵੀ ਹੈ। ਉਹ ਸਾਰੀਆਂ ਚੀਜ਼ਾਂ ਨੂੰ ਪੈਦਾ ਕਰਨ ਵਾਲੀ ਹੈ, ਬਣਾਉਣ ਵਾਲੀ ਹੈ। ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਵੀ ਹੈ, ਬਿਨਾਂ ਡਰਦੇ ਬਿਨਾਂ ਵੈਰ ਦੇ ਹੈ। ਉਹਨੂੰ ਕਿਸੇ ਦਾ ਕੋਈ ਡਰ ਨਹੀਂ, ਉਹਨੂੰ ਕਿਸੇ ਦਾ ਕੋਈ ਵੈਰ ਨਹੀਂ। ਉਸ ਹਸਤੀ ਦੇ ਸਮੇਂ ਦਾ ਕੋਈ ਅਸਰ ਨਹੀਂ, ਸਮੇਂ ਦਾ ਕੋਈ ਅਸਰ ਨਹੀਂ। ਜਨਮ ਮਰਨ ਤੋਂ ਰਹਿਤ ਹੈ। ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਆਪ ਹੋਇਆ ਹੈ ਤੇ ਹਸਤੀ ਮਿਲਦੀ ਗੁਰੂ ਦੀ ਕਿਰਪਾ ਦੇ ਨਾਲ ਹੈ, ਜਾਣੀ ਜਾਂਦੀ। ਇਹਦੇ ਬਾਰੇ ਗਿਆਨ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਨੂੰ ਮਿਲਣਾ, ਰੱਬ ਦੇ ਘਰ ਦਾ ਗਿਆਨ ਪੈ ਲੈਣਾ, ਕਿਉਂਕਿ ਰੱਬ ਇਹਨਾਂ ਅੱਖਾਂ ਨਾਲ ਦੇਖਿਆ ਹੀ ਨਹੀਂ ਜਾ ਸਕਦਾ। ਇਸ ਵਾਸਤੇ ਰੱਬ ਦਾ ਮਿਲਾਪ ਹੈ, ਰੱਬ ਦੇ ਬਾਰੇ ਜਾਣ ਲੈਣਾ, ਰੱਬ ਦੇ ਗੁਣਾਂ ਨੂੰ ਅੰਦਰ ਵਸਾ ਲੈਣਾ, ਰੱਬ ਦੀ ਚੱਲ ਰਹੀ ਕਲਾ ਨੂੰ ਸਮਝ ਲੈਣਾ। ਇਹ ਰੱਬੀ ਮਿਲਾਪ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਅਕਾਲ ਪੁਰਖ ਦਾ ਜਿਹੜਾ ਸਰੂਪ ਮੂਲ ਮੰਤਰ ਦੇ ਵਿੱਚ ਬਿਆਨ ਕੀਤਾ, ਇਹ ਭਾਰਤ ਵਰਸ਼ ਦੇ ਬਾਕੀ ਧਾਰਮਿਕ ਆਗੂਆਂ ਦੇ ਚਿੰਤਕਾਂ ਨਾਲੋਂ ਇੱਕ ਵੱਖਰਾ ਵਿਸ਼ਾ ਹੈ। ਇਹ ਬਹੁਤ ਸਾਰਾ ਭੇਦ ਰੱਖਦਾ ਹੈ। ਜੈਨ ਬੁੱਧ ਧਰਮ ਜਿਹੜੇ ਸੀ, ਸਾਖਸ਼ਾਤ ਈਸ਼ਵਰ ਦੀ ਹੋਂਦ ਨੂੰ ਹੀ ਨਹੀਂ ਮੰਨਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਓੰਕਾਰ ਪਰਮ ਸਤ ਨਿਰੰਕਾਰ ਦੀ ਉਪਾਧੀ ਅਕਾਲ ਪੁਰਖ ਦੇ ਨਾਮ ਨਾਲ ਜੋੜਦੇ ਹਨ। ਇੱਕ ਓੰਕਾਰ ਪਰਮ ਸਤ ਅਥਵਾ ਨਿਰੰਕਾਰ ਜਿਹੜਾ ਹੈ ਉਹ ਹੈ। ਜਿਹੜੇ ਕਰਮ ਕਾਂਡਾਂ ਦੇ ਉਪਾਸ਼ਕ ਸੀ, ਉਹਨਾਂ ਨੇ ਕਈ ਦੇਵਤਿਆਂ ਨੂੰ ਜਗਤ ਦਾ ਸਿਰਜਣਹਾਰ ਮੰਨ ਕੇ ਉਹਨਾਂ ਦੀ ਪੂਜਾ ਕੀਤੀ, ਪਰੰਤੂ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਨੂੰ ਹੀ ਉਹ ਪਦਵੀ ਬਖਸ਼ੀ ਹੈ ਕਿ ਕੇਵਲ ਇੱਕ ਤੇ ਇੱਕ, ਦੋ ਵੀ ਨਹੀਂ। 33 ਕਰੋੜ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ, ਉਹ ਹਸਤੀ ਦੂਜੀ ਵੀ ਨਹੀਂ ਹੋ ਸਕਦੀ। ਜੇ ਸਾਖ ਸ਼ਾਸਤਰ ਦੀ ਗੱਲ ਕਰਦੇ ਹਾਂ, ਉਹ ਪ੍ਰਕਿਰਤੀ ਨੂੰ ਅਨਾਦਿ ਮੰਨਦਾ ਹੈ। ਜੇ ਜੋਗ ਈਸ਼ਵਰ ਦੀ ਜਿਹੜੀ ਜੋਗਿਕ ਮਤ ਦੀ ਅਸੀਂ ਗੱਲ ਕਰਦੇ ਹਾਂ, ਉਹ ਪ੍ਰਮਾਤਮਾ ਦੀ ਹਸਤੀ ਨੂੰ ਤਾਂ ਮੰਨਦਾ ਹੈ, ਪਰ ਪੁਰਸ਼ਾਂ ਤੇ ਪ੍ਰਕਿਰਤੀ ਦੀ ਉਸਦੀ ਕਿਰਤ ਨੂੰ ਨਹੀਂ ਮੰਨਦਾ। ਜਿਹੜਾ ਯੋਗ ਸ਼ਾਸਤਰ ਹੈ ਉਹਨੂੰ ਸੰਸਾਰ ਤਿਆਗਣ ਦੀ ਗੱਲ ਕਰਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਹੜੀ ਗੱਲ ਕਰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਇਹ ਸਮਝਾਉਂਦੇ ਨੇ ਕਿ ਜੀ ਜੰਤ ਸਾਰੇ ਹੀ ਉਸ ਨਿਰਾਕਾਰ ਦੇ ਪੈਦਾ ਕੀਤੇ ਹੋਏ ਆ। ਨਿਰਾਕਾਰ ਨੇ ਆਕਾਰ ਬਣਾਇਆ, ਪਰ ਉਹ ਨਿਰਾਕਾਰ ਜੋ ਬਣਾਇਆ ਹੈ, ਆਪ ਬਣਾਉਣ ਵਾਲਾ ਸਦੀਵੀ ਹੈ, ਆਪ ਸਦਾ ਹੋਣ ਵਾਲਾ ਹੈ। ਬਣਾਈ ਹੋਈ ਕਿਰਤ ਜਿਹੜੀ ਹੈ ਉਹ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ, ਉਹ ਨਾਸ਼ਵਾਨ ਹੈ। ਪਰ ਬਣਾਉਣ ਵਾਲਾ ਜਿਹੜਾ ਆਪ ਅਨਾਦਿ ਹੈ, ਭਾਵ ਜਿਹਦਾ ਆਪ ਦਾ ਅੰਤ ਨਹੀਂ ਹੁੰਦਾ, ਆਪ ਕਦੀ ਖਤਮ ਨਹੀਂ ਹੁੰਦਾ, ਉਹ ਐਸੀ ਹਸਤੀ ਜੋ ਗੁਰੂ ਨਾਨਕ ਦੇਵ ਮਹਾਰਾਜ ਦੇ ਮਤ ਨੇ ਮੰਨੀ ਹੈ, ਜਾਂ ਸਾਡੇ ਸਿੱਖ ਮਤ ਨੇ ਮੰਨੀ ਹੈ। ਵਿਦਾਂਤ ਦੇ ਪ੍ਰਚਾਰਕ ਜੋ ਸ਼ੰਕਰ ਜੀ ਬ੍ਰਹਮ ਨੂੰ ਤਤ ਸਤ ਅਤੇ ਅਕਿਰਤੀ ਮੰਨਦੇ ਆ। ਜਿਹੜੇ ਹੈ ਸ਼ਾਸਤਰ ਹਨ, ਉਹਨਾਂ ਦੇ ਸ਼ਾਸਤਰ ਜਿਹੜੇ ਹੈ, ਜੋ ਉਹਨਾਂ 'ਚ ਲਿਖਿਆ ਮਿਲਦਾ। ਮੈਂ ਉਸ ਨੂੰ ਉਹੀ ਸ਼ਬਦਾਵਲੀ ਇਸਤੇਮਾਲ ਕਰ ਰਿਹਾ। ਔਖੀ ਜਿਹੀ ਸ਼ਬਦਾਵਲੀ ਹੈ, ਪੱਲੇ ਨਾ ਪੈਣ ਵਾਲੀ ਇਹਦੇ 'ਚ ਗੱਲ ਹੈ। ਫਿਰ ਮਾਇਆ ਜੋ ਨਾ ਸਤ ਹੈ, ਨਾ ਅਸਤ, ਨਾ ਸਤ ਅਸਤ ਉਹਨਾਂ ਦੀ, ਉਹ ਕਹਿੰਦੇ ਨੇ ਇਹ ਮਾਇਆ ਦੇ ਬਾਰੇ ਵੀ ਕੋਈ ਅਸੀਂ ਬਿਆਨ ਨਹੀਂ ਕਰ ਸਕਦੇ। ਪਰ ਸਤਿਗੁਰੂ ਜੀ ਨੇ, ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਦਾ ਕਰਤਾ ਕੇਵਲ ਇੱਕ ਨੂੰ ਹੀ ਮੰਨਿਆ। ਮਾਇਆ ਆਦਿ ਕਿਸੇ ਸ਼ਕਤੀ ਨੂੰ ਦੀ ਸਹਾਇਤਾ ਦੀ ਵੀ ਇਸ ਪਰਮਾਤਮਾ ਨੂੰ ਲੋੜ ਨਹੀਂ ਹੈ। ਜਿਹੜੀ ਇੱਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਦੀ ਉਹ ਗੱਲ ਕਰਦੇ ਹਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਇਸ ਗੱਲ ਦਾ ਸਹਿਮਤ ਨਹੀਂ ਹਨ, ਨਾ ਹੀ ਇਸ ਵਿਚਾਰਧਾਰਾ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਸਹਿਮਤ ਹੋਏ। ਉਹ ਕਹਿੰਦੇ ਮਾਇਆ ਦੀ ਕੋਈ ਸ਼ਕਤੀ ਹੈ ਹੀ ਨਹੀਂ, ਮਾਇਆ ਤੋਂ ਦੀ ਬਣਾਈ ਹੋਈ ਖੇਡ ਹੈ। ਜਿਹੜੀ ਚੀਜ਼ ਉਹਦੀ ਬਣਾਈ ਹੋਈ ਹੈ, ਉਹ ਅੱਗੇ ਕਿਰਤ ਨੂੰ ਕਿਵੇਂ ਬਣਾ ਸਕਦੀ ਹੈ? ਸਤਿਗੁਰੂ ਜੀ ਦਾ ਮਤ ਇਹ ਗੱਲ ਕਹਿੰਦਾ ਹੈ। ਤੇ ਉਹ ਕਹਿੰਦੇ ਉਸ ਨੂੰ ਕਿਸੇ ਹੋਰ ਤਾਕਤ ਦੀ ਲੋੜ ਵੀ ਨਹੀਂ, ਸਹਾਇਤਾ ਦੀ ਲੋੜ ਵੀ ਨਹੀਂ ਹੈ ਬਣਾਉਣ ਲੱਗਿਆ। ਉਹ ਐਸੀ ਸ਼ਕਤੀ ਹੈ। ਸਤਿਗੁਰੂ ਜੀ ਨੇ ਉਹਨੂੰ ਅਜੂਨੀ ਕਹਿ ਕੇ
जो अवतारवाद सी इस धरती ते चलदा ਉਹਦਾ खंडन किया अवतारवाद का। सतगुरु महाराज सच्चे पातशाह केवल इको हस्ती नूं आराध ते सारी उत्पत्ति का कारण मानते हैं। ये गुरबाणी दे विच एक दो उदाहरण असीं लै लईए। चित्ती बाणी जिहड़ी आंदी है बिलावल राग दे विच गुरु नानक साहब जी दी उचारण कीती हुई। एकम एक एकंकार निराला अमर अजूनी जात दा जाला अगम अगोचर रूप ना रिख्या खोजत खोजत घट मैं देखिया। फिर सतगुरु जी ये भी बयान करते हैं कि उन्हें शक्ति भी उन्हें पैदा की, संसार भी उन्हें पैदा किया, हुक्म भी उहदा चल रहा है। आनंद साहब की बाणी असीं पढ़ते हैं, शिव शक्त आप उपाय कै करता आपे हुक्म वरताए। ये गल भी असीं आप मानते हैं कि उन्हें ये शक्तियां पैदा कीतियां, ਉਹਦਾ ਹੀ ਹੁਕਮ ਜਿਹੜਾ ਸੰਸਾਰ ਦੇ ਵਿੱਚ ਚੱਲ ਰਿਹਾ ਹੈ। ਉਸ ਨਿਰੰਕਾਰ ਦਾ ਹੁਕਮ ਹੀ ਚੱਲ ਰਿਹਾ ਹੈ। ਸ਼ਕਤੀ ਬਣਾਉਣ ਵਾਲਾ ਵੀ ਉਹ ਹੈ, ਸ਼ਕਤੀ ਪੈਦਾ ਕਰਨ ਵਾਲਾ ਵੀ ਉਹ ਹੈ, ਤੇ ਉਸ ਦਾ ਕੇਵਲ ਪੈਦਾ ਨਹੀਂ ਕੀਤੀ, ਉਹਦਾ ਹੁਕਮ ਵੀ ਸੰਸਾਰ ਦੇ ਵਿੱਚ ਚੱਲ ਰਿਹਾ ਹੈ। ਬੜੀ ਸਪਸ਼ਟ ਗੱਲ ਜਿਹੜੀ ਇਹ ਸਮਝਾ ਦਿੱਤੀ ਗੁਰਬਾਣੀ ਨੇ ਸਾਨੂੰ, ਇਹ ਗੱਲ ਸਮਝਾ ਦਿੱਤੀ। ਫਿਰ ਸਤਿਗੁਰ ਕਹਿੰਦੇ, ਦੁਨੀਆ ਕਹਿੰਦੀ, जो मत कहते सी माया ने संसार पैदा किया, एका बाई जुगती आई तीन चेले परवान, पर सतगुरु कहते माया नूं भी उस मालिक ने पैदा किया, माया ने संसार नूं पैदा नहीं किया। एक वचन सतगुरु जी का मारू राग विच मारू सोहले दे विच सरलेख हेठ आउंदा है 1066 अंक ते श्री गुरु ग्रंथ साहिब महाराज दे। ਉਹਦੇ ਵਿੱਚ सतगुरु जी कहते हैं निरंकार आकार उपाया माया मोह हुक्म बनाया आपे खेल करे सब करता सुन साचा मन वसाएंदा। इथों समझ आ गई कि माया जड़ा सारा उन्हें आप किया, उन्हें बनाया, फिर कीता सब एको कवाओ वाली गल है। वो सारा कुछ होया भी उहदे हुक्म विच ही, इको हुक्म नाल हो गया। ये खेल है मेरे करते दा आपे खेल करे सब करता सुन साचा मन वसाएंदा। तो ये खेड करते दी खेड है, करता खेड कर रहा है। करते दियां खेडां दे विच जो सानू नजर आता है, जो सानू समझ आती है, ये सारी खेड परम पिता परमेश्वर दी है। ते जिहड़े माया दे तीन गुण हन, रजगुण तमगुण सतगुण कहिए वाले, ये भी परमात्मा तो ही उपजे हन, परमात्मा तो ही पैदा होए। ये जिथे महाराज सच्चे पातशाह जी बचन करते हैं सारंग की वार विच गुरु रामदास सच्चे पातशाह जी, आपे आप निरंजना जिन आप उपाया आपे खेल रचायो सब जगत सवाया त्रै गुण आप सिरजियन माया मोह बुधाया। ये माया मोह का पसारा भी परमेश्वर ने आप पैदा किया। फिर जिहड़े पंज तत्तां तो दी सृष्टि साजना कहते मनी जाती है, वो पंज तत्व भी उन्हें बनाए। जो धरती आकाश पानी असीं कह देते हैं, कोई छेवां तत्त है भी नहीं है। गुरु साहब जी ने तो चैलेंज करके भी गल कही है, कोई छेवां दसो कि हो सकता हो, कहते हो ही नहीं सकता। पंज तत्तां की गल की सतगुरु पातशाह जी ने। तो पंज तत्तां की जो गल की है, उत्थे सतगुरु जी कहते हैं पंच भू दाई को आप सिरंदा जिन सच का पिंड सवारिया। इत्थे गुरु अमरदास महाराज सूही राग विच इह गल समझाउंदे ने। तो ये ख्याल कर लेना कि सृष्टि दी कार विहार ब्रह्मा विष्णु जां महेश चला रहे हैं, गलत है, मनौत है। वाहिगुरु आप ही सृष्टि पैदा करता है, वाहिगुरु पालदा है, ते जीवां नूं संघारदा भी आप ही। होर शक्तियां दे हाथ विच कुछ भी नहीं। ये असीं आसा की वार जे पढ़ीए, सानू आसा की वार दे आरंभ दे विच ये गल जिहड़ी स्पष्ट जी आ जाती है। समझ आपी ने आप साजियो आपी ने रचियो नाओ दुई कुदरत साजिए कर आसन जितो चाओ। दाता करता आप तू तुस देवें करें फसाओ तू जानोई सब सै दे लैसें जिंद कवाओ कर आसन
डिठो चाओ। पाव का अर्थ हुक्म है, हुक्म विच ही तू जन्म दिंदा है, हुक्म चीज मौत दिंदा है। तेरी कुदरत साजी हुई है, आपे तो अपना नाम रखिया है, तो अपने आप तो आप बने। कुदरत दूजे नंबर ते है जो तू बनाई है। असी कुदरत का ही शीशा, कुदरत जन्म लिया, पर कादर का जिहड़ा है वो कुदरत नूं बनाउण वाला है। हुण अकाल पुरख के सामने देवी देवतियां की कोई पाया ही नहीं, देवी देवते का अंत जा नहीं सकते। सतगुरु पातशाह गुरु अमरदास महाराज गुजरी की वार दे विच कहंदे ने, साहिब मेरा सदा है जिसै शब्द कमाए, ਉਹ ਹਾਟੀ कदे ना है, ਉਹ हानी कदे ना है, ना आवे ना जाए, सदा सदा सो जीविए, जो सामने रहे समाए, और दूजा क्यों सेविए, जमै ते मर जाए। ਉਹਦੀ क्यों सेवा करिए, ਉਹਦੀ कोई आराधना करिए, दूजी कोई ताकत ही नहीं है। तो कई लोग इदां दे भी हैं ਜਿਹੜੇ ਕਹਿੰਦੇ ਨੇ कि सृष्टि रचना प्रकृति माया का काम है, माया ने की है। पर गुरु नानक पातशाह जी का सिद्धांत बड़ा स्पष्ट है कि वो सृष्टि अकाल पुरख ने ही पैदा की है, अकाल पुरख ही करता है। कि उन्होंने सतगुरु महाराज ने इस गल सानू ये भी गल समझा दी भी इस हस्ती तो ही सारी सृष्टि होनी चाहिए, ये भी गल नाल समझा दी है। कई सज्जन इहो ਜਿਹੇ भी ਹੁੰਦੇ ਨੇ ਜਦੋਂ ਸੰਸਾਰ ਵਿੱਚ ਮਾੜਾ ਪਾਪ ਜਾਂ ਬੁਰਾਈ ਵੇਖਦੇ ਹਨ ਤਾਂ ਭੁਲੇਖਿਆਂ 'ਚ ਪੈ ਜਾਂਦੇ। ਕਈ ਪੁਰਾਣੇ ਮਤਾਂ ਨੇ ਨੇਕੀ ਤੇ ਬਦੀ ਨੂੰ ਵੀ ਰੱਬ ਮੰਨ ਲਿਆ, ਨੇਕੀ ਨੂੰ ਵੀ ਰੱਬ ਮੰਨ ਲਿਆ, ਬਦੀ ਨੂੰ ਵੀ ਰੱਬ ਮੰਨ ਲਿਆ। ਕਈ ਈਸ਼ਵਰ ਤੋਂ ਅੱਡ ਹੋ ਕੇ ਇੱਕ ਸ਼ੈਤਾਨ ਦੀ ਹਸਤੀ ਮੰਨੀ ਫਿਰਦੇ ਹਨ ਕਿ ਸ਼ੈਤਾਨ ਵੀ ਹੈ ਜੋ ਮਨੁੱਖਾਂ ਨੂੰ ਬਦੀ ਵੱਲ ਪ੍ਰੇਰਦਾ ਹੈ, कूड़ वाल प्रेरदा है, झूठ वाल प्रेरदा है, भैड़े काम करने प्रेरदा है, वो शैतान की हस्ती नूं मनदे ने। पर सतगुरु पातशाह फरमाउंदे हन कि भले जां बुरे पासे जाण वाली जो भी सृष्टि ते चीज नजर आउंदी है वो सब एक मालक दी ही पैदाइश है, सब ओहदी बनाई हुई है, होर कोई हस्ती नहीं। तो ਇਹਦੇ ਵਿੱਚੋਂ ਸਾਨੂੰ ਸੁਖਮਨੀ ਦੀ ਬਾਣੀ ਜੋ ਅਸੀਂ ਜਦੋਂ ਪੜ੍ਹਦੇ ਹਾਂ, ਇੱਕ ਸਤਿਗੁਰੂ ਨੇ ਇਹ ਗੱਲ ਸਮਝਾਈ ਹੈ, ਕਈ ਕੋਟ वे पुजारी, कई कोट आचार विहारी, कई कोट कई तीर्थवासी, कई कोट मन भ्रमै उदासी, कई कोट वेद के सरोते, कई कोट तपीसर होते, कई कोट आत्म ध्यान धारे, कई कोट कब का विचारे, कई कोट सर्वतन नाम ध्याने, नानक करते का अंत ना पावे। फिर अगे फिर बादशाह ने हुई गल की, कई कोट भय अभिमानी, कई कोट अंध अज्ञानी, कई कोट कृपन कठोर, कई कोट अभिग आत्म निकोर, कई कोट पर धर्म को हिरै, कई कोट पर दुख न करें, कई कोट माया श्रम माहे, कई कोट प्रदेश परमाहे, जित चित लावो तित ते लगना, नानक करते की जाने करता रचना। ये गल इत्थों स्पष्ट हो जाती है। इन्हां कोई उदाहरण दे के सतगुरु जी ने उस करते की रचना की करते की बुराई की, उहदी गल कोई दस ही नहीं सकता। नानक करते की जाने करता रचना, कचरा करता ही जानता है कि होंद किवें बनी, वो किवें बनिया। बस असीं तां इह कह सकते हाँ कि उस मालिक ने संसार बनाया, इसका अंदस्ता पसारा बनाया, केवल बनाया ही नहीं, सब जीवां दे अंदर उहदा वासा भी होया। उही सब जीवां नूं
ਸ਼ਕਤੀ ਬਖਸ਼ਦਾ ਹੈ, ਤੁਰਨ ਦੀ, ਖਾਣ ਦੀ, ਪਹਿਨਣ ਦੀ, ਉਹ ਸ਼ਕਤੀ ਬਖਸ਼ਦਾ ਹੈ। ਤੇ ਜੇ ਅਸੀਂ ਇਸ ਗੱਲ ਨੂੰ ਗੁਰਬਾਣੀ ਤੋਂ ਪੁੱਛੀਏ ਤਾਂ ਸਤਿਗੁਰੂ ਕਹਿੰਦੇ ਸਭ ਮੈਂ ਜਿਉ ਜਿਉ ਹੈ ਸੋਈ, ਘਟ ਘਟ ਰਿਹਾ ਸਮਾਈ। ਉਹ ਤਾਂ ਸਮਾਇਆ ਹੋਇਆ, ਜੈਸੇ ਸ਼ੀਸ਼ੇ ਵਿੱਚ ਦੇਖਣ ਵਾਲੇ ਦਾ ਪਰਛਾਵਾਂ ਹੈ। ਸਰਬ ਨਿਵਾਸੀ ਤੂੰ ਹੀ ਸਰਬ ਨਿਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਈ। ਉਹਦਾ ਇਹ ਹੈ, ਉਹਦਾ ਪੋਹ ਮਦ ਜੋ ਬਾਸ ਬਸਤ ਹੈ ਮੁਕਰ ਮਾਏ ਜੈਸੀ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਉਹਦਾ ਸਭ ਮੈਂ ਜਿਉ ਜਿਉ ਹੈ ਸੋਈ ਹੈ, ਘਟ ਘਟ ਰਿਹਾ ਸਮਾਈ ਹੈ। ਨਾ ਕੇਵਲ ਉਸ ਵਾਹਿਗੁਰੂ ਨੇ ਉਸਨੇ ਸਾਰਿਆਂ ਨੂੰ ਪੈਦਾ ਕੀਤਾ, ਸਗੋਂ ਉਹ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਧਾਰ ਰਿਹਾ ਹੈ। ਸਭ ਦਾ ਪ੍ਰਬੰਧ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਸਗਲ ਸਮਗਰੀ ਜਾ ਕੇ ਸੂਤ ਪਰੋਈ, ਘਟ ਘਟ ਨਿਰੰਤਰ ਰਵਿਆ ਸੋਈ। ਉਪਤ ਪਰਲੋ ਖਿਰ ਮੈਂ ਕਰਤਾ, ਆਪ ਅਲੀਪਾ ਨਿਰਗੁਣ ਰਹਿਤਾ, ਕਰਨ ਕਰਾਵਰ ਅੰਤਰ ਜਾਮੀ, ਆਨੰਦ ਕਰੇ ਨਾਨਕ ਕਾ ਸੁਆਮੀ। ਉਹੀ ਵੀ ਗੱਲ ਸਾਨੂੰ ਸਮਝਾਈ ਹੈ। ਹੁਣ ਇਸ ਨਿਯਮ ਦੀ ਜਿਹੜੀ ਪਾਲਣਾ ਹੈ, ਇਹ ਸ੍ਰਿਸ਼ਟੀ ਤੋਂ ਅੱਡ ਹੋ ਕੇ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿਹਦੀ ਅਸੀਂ ਗੱਲ ਕਰਦੇ ਹੋ ਸਾਰੀ ਸ੍ਰਿਸ਼ਟੀ ਵਿੱਚ ਭਰਪੂਰ ਹੈ। ਜਿਹੜਾ ਸ੍ਰਿਸ਼ਟੀ 'ਚ ਆਪ ਭਰਪੂਰ ਹੈ ਤੇ ਉਹ ਤੋਂ ਅੱਡ ਹੋ ਕੇ ਅਸੀਂ ਉਹਦੀ ਗੱਲ ਕਿਵੇਂ ਕਰ ਸਕਦੇ ਹਾਂ? ਜਿਵੇਂ ਸਾਰੇ ਅੱਖਾਂ ਵਿੱਚ ਉਹ ਆਪ ਹੀ ਵੇਖਦਾ, ਸਾਰਾ ਬ੍ਰਹਮੰਡ ਉਹਦਾ ਸਰੀਰ ਹੀ ਹੈ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣਹਾਰਾ, ਸਗਲ ਸਮਗਰੀ ਜਾ ਕਾ ਤਨਾ। ਇਹ ਅਸੀਂ ਗੱਲ ਸਾਰੀ ਸਮਝਦੇ ਹਾਂ। ਕੁਛ ਬਾਰ-ਬਾਰ ਸਾਡੇ ਦਿਮਾਗ 'ਚ ਇਹ ਗੱਲ ਸਟਕ ਕਰ ਰਹੀ ਹੈ, ਜਿਹੜੀ ਦੂਜੇ ਧਰਮਾਂ ਨੇ ਕੀਤੀ, ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਇਹ ਕਲੈਰਿਟੀ ਸਾਡੇ ਅੰਦਰ ਪਾਈ। ਇਹ ਰੱਬ ਦੀ ਜਿਹੜੀ ਗੱਲ ਕਰਨੀ ਹੈ, ਰੱਬ ਕੀ ਹੈ? ਫਿਰ ਸਤਿਗੁਰੂ ਕਹਿੰਦੇ ਸਾਰਿਆਂ 'ਚ ਵਸਦਾ ਵੀ ਹੈ, ਪਰ ਵਸਦਾ ਹੋਇਆ ਵੀ ਅੱਡਰਾ ਹੈ, ਵੱਖਰਾ ਹੈ। ਵਸਦਾ ਹੋਇਆ ਵੀ ਉਹ ਵੱਖਰਾ ਹੈ। ਜੇ ਅਸੀਂ ਸਤਿਗੁਰੂ ਪੁੱਛਦੇ ਮਹਾਰਾਜ ਕਿਵੇਂ ਕਿ ਇਹ ਵੱਖਰਾ ਕਹਿੰਦੇ, ਉਹ ਕਹਿੰਦੇ ਸਭ ਕੈ ਮਦ ਸਭ ਹੂੰ ਤੇ ਬਾਹਰ, ਰਾਗ ਰੁਖਤੇ ਨਿਆਰੋ। ਸਾਰਿਆਂ ਵਿੱਚ ਹੈ, ਸਾਰਿਆਂ ਤੋਂ ਵੱਖਰਾ ਹੈ। ਤੇ ਸਤਿਗੁਰੂ ਜੀ ਨੇ ਇਹ ਵੀ ਗੱਲ ਦੱਸ ਦਿੱਤੀ ਕਿ ਸਰਵ ਵਿਆਪਕ ਸਦਾ ਰਹਿਣ ਵਾਲੀ ਹਸਤੀ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ। ਉਸਦੇ ਵਿੱਚ ਬੁੱਝਣਾ, ਉਹਨੂੰ ਵੇਖਣਾ, ਵਿਚਾਰ ਕਰਨਾ, ਇਹ ਸਾਰੇ ਗੁਣ ਚੇਤਨ ਹਸਤੀ ਦੇ ਹਨ, ਪਰ ਉਹਦੇ ਅੰਤ ਵਾਲੇ ਪਾਸੇ ਨਹੀਂ ਜਾ ਸਕਦੇ, ਨਾ ਹੀ ਅੰਤ ਵਾਲੇ ਪਾਸੇ ਜਾ ਸਕਦੇ ਨੇ। ਤਾਂ ਸਤਿਗੁਰੂ ਜੀ ਨੇ ਦੱਸੀ ਇਹ ਸਰਵ ਵਿਆਪਕ ਤੇ ਸਦਾ ਕਾਇਮ ਰਹਿਣ ਵਾਲੀ ਹਸਤੀ ਅਕਾਲ ਪੁਰਖ ਤੇ ਹੀ ਕੇਵਲ ਹੈ। ਫਿਰ ਸਤਿਗੁਰੂ ਕਹਿੰਦੇ ਉਹ ਆਪੇ ਬਣਾਉਣ ਵਾਲਾ ਹੈ, ਮਾਫ ਕਰਨਾ, ਆਪੇ ਹੀ ਉਹ ਸਭ ਵਿੱਚ ਚੇਤਨਤਾ ਦੀ ਰੋਸ਼ਨੀ, ਉਹਦੀ ਚੇਤਨਤਾ ਹੈ। ਸਭ ਨੂੰ ਤਾਕਤ ਦੇ ਕੇ ਉਹਨੇ ਟਿਕਾਇਆ ਹੋਇਆ, ਆਪਣੀ ਤਾਕਤ ਦੇ ਕੇ ਉਹ ਟਿਕਾਇਆ ਹੋਇਆ। ਤੇ ਸਤਿਗੁਰੂ ਜੀ ਨਾਲ ਹੀ ਗੱਲ ਕਰਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਇਹ ਗੱਲ ਸਮਝਾਉਂਦੇ। ਤੋ ਗੁਰੂ ਪਾਤਸ਼ਾਹ ਜੀ ਸਾਨੂੰ ਜਿਹੜੀ ਗੱਲ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਹਨ, ਉਹ ਇਹ ਹੈ ਕਿ ਸਾਰਾ ਕੁਝ ਉਸ ਅਦ੍ਰਿਸ਼ਟ ਸ਼ਕਤੀ ਦੇ ਹੁਕਮ ਵਿੱਚ ਚੱਲ ਰਿਹਾ ਹੈ, ਜੋ ਸੰਸਾਰ ਵਿੱਚ ਚੱਲ ਰਿਹਾ ਹੈ। ਪਰ ਹੁਕਮ ਨੂੰ ਜਿਹੜੇ ਹੁਕਮ ਦੀ ਗੱਲ ਹੈ, ਉਹ ਮਨੁੱਖ ਦੀ ਬੁੜੀ ਕਲਾਮ ਸਭਨਾ ਲਿਖਿਆ, ਬੁੜੀ ਕਲਾਮ ਚਲਦੀ ਹੋਈ ਕਲਮ ਨਾਲ ਲਗਾਤਾਰ ਵੀ ਲਿਖਦੇ ਆ, ਤਾਂ ਵੀ ਹੁਕਮ ਨਹੀਂ ਦਾਤ ਨਹੀਂ ਪਾ ਸਕਦੇ। ਨਾ ਕਿਹਾ ਜਾਈ ਵਾਲੀ ਗੱਲ ਹੈ, ਉਹ ਹੁਕਮ ਤਾਂ ਕਹਿ ਨਹੀਂ ਸਕਦੇ, ਬਿਆਨ ਕਰ ਹੀ ਨਹੀਂ ਸਕਦੇ। ਤਾਂ ਸਤਿਗੁਰੂ ਕਹਿੰਦੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਿਹੜੇ ਜੀਵ ਇਹ ਗੱਲ ਕਹਿੰਦੇ ਨੇ ਕਿ ਪ੍ਰਮਾਤਮਾ ਵੱਖਰੀ ਹਸਤੀ ਹੈ, ਅਸੀਂ ਵੱਖਰੀ ਹਸਤੀ ਹਾਂ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
ਤੇ ਫਿਰ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਕਮ ਚਲਾਏ ਆਪਣੇ ਕਰਮੀ ਵਹੇ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾ। ਇਹ ਵੀ ਸਾਰੰਗੀ ਵਾਰ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਲੋਕ ਹੈ। ਤੋ ਇਹ ਜੋ ਹਸਤੀ ਹੈ ਜਨਮ ਮਰਨ ਵੀ ਉਹਦੇ ਹੱਥ ਵਿੱਚ ਹੀ ਹੈ। ਐਸਾ ਸਾਚਾ ਤੂੰ ਇੱਕੋ ਜਾਣ, ਇਹੋ ਜਿਹਾ ਕਾਇਮ ਰਹਿਣ ਵਾਲਾ ਕੇਵਲ ਇੱਕ ਨੂੰ ਜਾਣ। ਜੰਮਣ ਮਰਨਾ ਹੁਕਮ ਵਿਚਾਰ, ਜੰਮਣਾ ਤੇ ਮਰਨੇ ਦੀ ਇਹ ਗੱਲ ਸਮਝ, ਇਹ ਕਰਤਾਰ ਦੇ ਹੁਕਮ ਵਿੱਚ ਹੈ ਜੰਮਣਾ ਤੇ ਮਰਨਾ। ਤੋ ਹੁਣ ਇਹ ਵੀ ਗੱਲ ਨਾਲ ਹੈ ਵੀ ਜਿਹੜਾ ਉਹਦਾ ਹੁਕਮ ਚੱਲਦਾ ਉੱਥੇ ਕਿਸੇ ਹੋਰ ਦੀ ਵਜ਼ੀਰੀ ਦੀ ਲੋੜ ਨਹੀਂ, ਕਿਸੇ ਐਡਵਾਈਜ਼ਰ ਦੀ ਲੋੜ ਨਹੀਂ ਹੈ, ਨਾ ਹੀ ਉੱਥੇ ਕਿਸੇ ਦੀ ਐਡਵਾਈਸ ਚੱਲਦੀ ਹੈ, ਨਾ ਹੀ ਉਹ ਕਿਸੇ ਦੀ ਐਡਵਾਈਸ ਮੰਨਦਾ ਹੈ, ਉਹ ਨਾ ਹੀ ਉਹਨੂੰ ਕੋਈ ਰਾਜੇ ਰੰਕ ਵਿੱਚ ਫਰਕ ਨਜ਼ਰ ਆਉਂਦਾ। ਉਹ ਕਹਿਣ ਦਾ ਮਕਸਦ ਇਹ ਹੈ ਵੀ ਪ੍ਰਮਾਤਮਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਦੇ ਚ ਕਈ ਵਿਦਵਾਨ ਅਕਾਲ ਪੁਰਖ ਨੂੰ ਸੰਸਾਰ ਉਪਰੀ ਦਾ ਇੱਕੋ ਕਾਰਨ ਮੰਨਦੇ ਹਨ। ਜਦੋਂ ਸ੍ਰਿਸ਼ਟੀ ਸਾਜਣਾ ਲਈ ਹੋਰ ਕਾਰਨਾਂ ਦੀ ਵੀ ਲੋੜ ਹੈ, ਉਹ ਇੱਕ ਕਾਰਨ ਮੰਨਦੇ ਸੰਸਾਰ ਪੈਦਾ ਨੂੰ। ਸਾਹਿਬ ਸੰਤ ਦੀ ਗੱਲ ਕਰਦੇ ਨੇ, ਵਿਚਾਰਵਾਨ ਗੱਲ ਕਰਦੇ। ਪਰ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਉਹ ਇਕੱਲਾ ਹੀ ਸਾਜਣ ਦੇ ਸਮਰੱਥ ਹੈ, ਇਕੱਲਾ ਹੀ। ਸਭ ਹੋਰ ਤਾਕਤਾਂ ਉਹਦੇ ਆਪਣੇ ਹੱਥ ਵਿੱਚ ਚੱਲ ਰਹੀਆਂ ਹਨ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਈ ਅਲਸੋਈ। ਗੁਰੂ ਪਾਤਸ਼ਾਹ ਕਹਿੰਦੇ ਇਸ ਤੋਂ ਬੜਾ ਕੋਈ ਹੈ ਨਹੀਂ, ਕੋਈ ਤਾਕਤ ਹੋਰ ਕੋਈ ਨਹੀਂ। ਕਰਨ ਕਾਰ ਸਮਰੱਥ ਹੈ ਕਹੋ ਨਾਨਕ ਵਿਚਾਰ, ਕਰਨ ਕਰਤੇ ਵਾਸਿਆ ਜਿਨ ਕਲ ਰੱਖੀ ਧਾਰ। ਇਹ ਕਰਤੇ ਦੇ ਵਸ ਵਿੱਚ ਹੈ। ਸਾਰੇ ਜਗਤ ਨੂੰ ਬਣਾਉਣ ਵਾਲਾ ਤੇ ਨਾਸ਼ ਕਰਨ ਵਾਲਾ ਉਹ ਆਪ ਹੈ, ਔਰ ਨਿਰਭਉ ਹੈ, ਨਿਰਵੈਰ ਹੈ, ਜਨਮ ਮਰਨ ਤੋਂ ਰਹਿਤ। ਲਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨਾ ਕਰਮਾ। ਉਹਨੂੰ ਕਾਲ ਹੈ ਹੀ ਨਹੀਂ। ਆਪ ਆਜ਼ਾਦ ਜੋਨੀ ਸੰਭੋ, ਨਾ ਤਿਸ ਭਾਉ ਨਾ ਭਰਮਾ। ਸਾਚੇ ਸਚਿਆਰ ਵਿਟੋ ਕੁਰਬਾਨ, ਨਾ ਤੇ ਸਰੂਪ ਬਚਨ ਬਰਨ ਨਹੀਂ ਦੇਖਿਆ, ਸਾਚੇ ਸ਼ਬਦ ਦੀ ਸ਼ਾਨ। ਇਹ ਸਤਿਗੁਰੂ ਪਾਤਸ਼ਾਹ ਦਾ ਕਿੰਨਾ ਪਿਆਰਾ ਬਚਨ ਹੈ ਵੀ ਨਾ ਉਹਦਾ ਕੋਈ ਮਾਂ ਹੈ, ਨਾ ਉਹਦਾ ਕੋਈ ਬਾਪ ਹੈ, ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਤਿਸ ਕਾਮ ਨਾ ਨਾਰੀ। ਅਕਲ ਨਿਰੰਜਨ ਅਪਾਰ ਪਰੰਪਰ, ਸਗਲੀ ਜੋਤ ਤੁਮਾਰੀ। ਗੁਰੂ ਨਾਨਕ ਸਾਹਿਬ ਦਾ ਸੋਠ ਸੰਗ ਦਾ ਬਚਨ ਹੈ। ਫਿਰ ਇਹ ਵੀ ਸਤਿਗੁਰ ਕਹਿੰਦੇ ਨੇ ਮੈਂ ਤਾਂ ਇਹ ਵੀ ਗੱਲ ਕਹਿੰਦਾ ਵੀ ਉਹ ਠਾਕੁਰ ਨਾ ਜੰਮਦਾ ਨਾ ਮਰਦਾ। ਜਿਹੜਾ ਇਹ ਕਹਿੰਦਾ ਵੀ ਠਾਕੁਰ ਜਨਮ ਲੈਂਦਾ, ਭਗਵਾਨ ਜਨਮ ਲੈਂਦਾ, ਕਹਿੰਦੇ ਉਹ ਜ਼ੁਬਾਨ ਛੱਡ ਜਾਏ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਜਿਹੜਾ ਠਾਕੁਰ ਨੂੰ ਜੋਨੀ ਕਹਿੰਦਾ ਵੀ ਜੂਨਾ ਚਾਹੀ ਜਾਂਦਾ, ਜੋ ਚਾਹੀਦਾ, ਕਹਿੰਦੇ ਉਹ ਤਾਂ ਜ਼ੁਬਾਨ ਹੀ ਸੜ ਜਾਏ। ਇਹ ਗੱਲ ਪਾਤਸ਼ਾਹ ਜੀ ਕਹਿੰਦੇ। ਹੁਣ ਇਹ ਵੀ ਅੱਗੇ ਗੱਲ ਕਰ ਲਈਏ ਕਿ ਇੰਨਾ ਕੁਝ ਕਰਨ ਵਾਲੇ ਅਕਾਲ ਪੁਰਖ ਦਾ ਆਪਣਾ ਕਰਤਾ ਕੋਈ ਨਹੀਂ, ਨਾ ਹੀ ਉਹਦੀ ਕੋਈ ਮੂਰਤ ਬਣ ਸਕਦੀ ਹੈ, ਨਾ ਹੀ ਉਹਦੀ ਮੂਰਤੀ ਕੋਈ ਹੈ। ਇਸ ਲਈ ਦੁਨੀਆ ਦੀਆਂ ਮੂਰਤੀਆਂ ਥਾਪ ਕੇ ਉਹਦੀ ਪੂਜਾ ਕਰਨੀ ਬੇਸਮਝੀ ਤੇ ਗੁਰਬਾਣੀ ਦੀ ਸਮਝ ਨਾ ਹੋਣ ਦਾ ਕਰਕੇ ਇਹ ਸਭ ਕੁਝ ਹੈ। ਕਿਉਂਕਿ ਉਹਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ, ਸਤਿਗੁਰੂ ਕਹਿੰਦੇ ਉਹ ਤਾਂ ਬਣਾਇਆ ਜਾ ਨਹੀਂ ਸਕਦਾ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਹ ਥਾਪਿਆ ਵੀ ਨਹੀਂ ਜਾ ਸਕਦਾ, ਕੀਤਾ ਵੀ ਨਹੀਂ ਹੋ ਸਕਦਾ। ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਚ ਉਹ ਨਿਰਲੇਪ ਵੀ ਹੈ। ਉਹ ਸਾਰੇ ਸੰਸਾਰ ਦਾ ਬਣਾਉਣ ਵਾਲਾ, ਕਰਨ ਵਾਲਾ, ਪ੍ਰਬੰਧ ਕਰਨ ਵਾਲਾ, ਡਿਊਟੀਆਂ ਜੋ ਵੀ ਹੈ ਪ੍ਰਮਾਤਮਾ ਹੈ, ਜਿਹਨੂੰ ਅਸੀਂ ਜਪ ਦੀ ਬਾਣੀ ਚ ਕਹਿੰਦੇ ਹਾਂ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੈ ਬੇਪਰਵਾਹ। ਉਹ ਆਪਣਾ ਹੁਕਮ ਚਲਾ ਰਿਹਾ ਹੈ, ਬੇਪਰਵਾਹ ਹੋ ਕੇ ਚਲਾ ਰਿਹਾ ਹੈ। ਨਾ ਕੇਵਲ ਉਹ ਕਰਮਾਂ ਅਨੁਸਾਰ ਨਿਰਣਾ ਕਰਦਾ, ਸਗੋਂ
ਪਰਮ ਦਿਆਲੂ ਹੋਣ ਕਰਕੇ ਭੁੱਲੇ ਹੋਏ ਜੀਵਾਂ ਨੂੰ ਰਾਹ ਵੀ ਪਾ ਦਿੰਦਾ ਹੈ। ਆਪੇ ਉਜੜ ਪਾਏਗਾ ਪਿਆਰਾ, ਆਪ ਵੀ ਖਾਲੇ ਰਾਹ, ਉਜੜ ਹੀ ਪਾਉਂਦਾ ਹੈ, ਰਾਹ ਵੀ ਆਪ ਦਿਖਾਉਂਦਾ ਹੈ। ਹੁਣ ਇਹ ਗੱਲ ਇੱਕ ਸਮਝ ਆ ਗਈ ਕਿ ਸੱਚਮੁੱਚ ਇਹਨਾਂ ਗੁਨਾਹ ਵਾਲੀ ਕੋਈ ਹਸਤੀ ਹੈ ਵੀ ਹੈ। ਹੁਣ ਦਿਮਾਗ 'ਚ ਸਾਡੇ ਗੱਲਾਂ ਘੁੰਮਣ ਲੱਗ ਪੈਂਦੀਆਂ ਨੇ, ਕਿਉਂਕਿ ਹੈ ਤਾਂ ਅਸੀਂ ਦੂਜੇ ਲਫ਼ਜ਼ਾਂ 'ਚ ਕਹੀਏ ਮਨੁੱਖੀ ਸੁਭਾਅ ਹੈ ਘੁੰਮਤਰ ਕੱਢਣ ਦਾ। ਇੰਨੇ ਗੁਣ ਜਦੋਂ ਅਸੀਂ ਬਿਆਨ ਕਰਦੇ ਹਾਂ, ਉਸ ਪਰਮਾਤਮਾ ਦੀ ਗੱਲ ਕਰਦੇ ਹਾਂ, ਤਾਂ ਇੱਕ ਸਵਾਲ ਸਹਿਜ ਜਿਹਾ ਪੈਦਾ ਹੋ ਜਾਂਦਾ ਹੈ ਕਿ ਇਸ ਸੰਸਾਰ ਦੀ ਵਿੱਚ ਕੋਈ ਐਸੀ ਹਸਤੀ ਹੈ ਜਿਹੜਾ ਸੰਸਾਰ ਦੀ ਇਸ ਖੇਡ ਨੂੰ ਸਮਝ ਸਕਦਾ ਹੋਵੇ। ਇਹ ਮੈਂ ਇਹੀ ਕਹਾਂਗਾ ਵੀ ਸਾਡੇ ਮਨ ਦਾ ਭਰਮ ਹੈ। ਸੰਸਾਰ ਵਿੱਚ ਕੋਈ ਐਸੀ ਹਸਤੀ ਨਹੀਂ ਹੈ ਜੋ ਨਿਰੰਕਾਰ ਦੀ ਤੇ ਉਹਦੀ ਕੁਦਰਤ ਦਾ ਵੀ ਅੰਤ ਪਾ ਸਕਦੀ ਹੈ। ਉਹ ਇੰਨਾ ਬੇਅੰਤ ਹੈ। ਇਹ ਸਾਡੇ ਮਨ ਦਾ ਵਹਿਮ ਹੈ, ਸਾਡੇ ਮਨ ਦਾ ਭਰਮ ਹੈ। ਇਹ ਗੱਲ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਹਸਤੀ ਸਾਡੇ ਤੋਂ ਵੱਖਰੀ ਨਹੀਂ ਹੈ। ਜਿਸ ਨੂੰ ਅਸੀਂ ਆਪਣਾ ਆਪ ਕਹਿੰਦੇ ਹਾਂ, ਉਹਦਾ ਮੂਲ ਉਹ ਸੱਤਾ, ਉਹ ਤਾਕਤ ਹੈ। ਜਿਹੜਾ ਅਸੀਂ ਆਪਣੇ ਆਪ ਨੂੰ ਆਪ ਕਹਿੰਦੇ ਹਾਂ, ਸਾਡੀ ਸੱਤਾ ਕੀ ਹੈ, ਉਹ ਤਾਕਤ ਹੈ। ਜੇ ਉਹ ਸੱਤਾ ਨਹੀਂ ਹੈ ਤੇ ਅਸੀਂ ਜ਼ੀਰੋ ਹਾਂ, ਡੈਡ ਹਾਂ। ਇੰਨੀ ਗੱਲਬਾਤ ਜਦੋਂ ਕਰ ਵੀ ਲਈਏ ਤਾਂ ਅਖੀਰ ਅਸੀਂ ਇਹੀ ਕਹਾਂਗੇ, ਤਾਂ ਕਿ ਗਤ ਵਿੱਚ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਕੋਈ ਤੇਰੇ ਵਰਗਾ ਹੋਵੇ ਤਾਂ ਹੀ ਹੈ ਨਾ। ਜੇ ਕੋਈ ਤੇਰੇ ਵਰਗਾ ਹੋਵੇ ਤਾਂ ਹੀ ਤੇਰੀ ਗੱਲ ਕਰੇ, ਸੋਝੀ ਤਾਂ ਹੀ ਗੱਲ ਕਰੇ। ਤੇਰੀ ਇੰਨੀਆਂ ਗੱਲਾਂ ਕੋਲ ਤੇਰੇ ਬਾਰੇ ਕਰੇ। ਬਸ ਇਹ ਹੈ ਕਿ ਤੂੰ ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ। ਇਸ ਤੇ ਦੂਜਾ ਨਾਹੀ ਕੋਏ, ਇਸ ਦੀ ਕੀਮਤ ਕੀਕੂ ਹੋਏ। ਕਿਵੇਂ ਉਹਦੀ ਕੀਮਤ ਹੋ ਸਕਦੀ ਹੈ? ਜੋ ਕੁਝ ਵੀ ਕਹੀਏ ਪਰ ਹੈ ਉਹ ਸੱਚ, ਸਦਾ ਕਾਇਮ ਰਹਿਣ ਵਾਲਾ। ਮੇਰਾ ਦਲੀਲੀਆਂ ਜਾਂ ਮਨੌਤਾਂ ਜਾਂ ਮਨ ਦਾ ਵਹਿਮ ਨਹੀਂ। ਜਿਸ ਤਰ੍ਹਾਂ ਅਸੀਂ ਆਪਣੀ ਹੋਂਦ ਨੂੰ ਅਨੁਭਵ ਕਰਦੇ ਹਾਂ, ਇਸੇ ਤਰ੍ਹਾਂ ਅੰਤਰ ਆਤਮੇ ਵੀ ਅਸੀਂ ਉਹਦੀ ਹੋਂਦ ਨੂੰ ਮਹਿਸੂਸ ਕਰਦੇ ਹਾਂ, ਉਸ ਨੂੰ ਅਸੀਂ ਮਹਿਸੂਸ ਕਰ ਲੈਂਦੇ ਹਾਂ। ਬੜੇ ਗੁਰਬਾਣੀ ਦੇ ਪ੍ਰਮਾਣ ਸਾਨੂੰ ਮਿਲ ਜਾਣਗੇ ਸੰਬੰਧੀ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਉਹ ਸਤਿਗੁਰ ਕੇ ਬਲਿਹਾਰੀ ਹੈ। ਉੱਥੇ ਸ਼ਬਦ, ਇਹ ਵੀ ਸ਼ਬਦ ਅਸੀਂ ਸੁਣਿਆ ਹੋਇਆ। ਉਹ ਸਤਿਗੁਰੂ ਜੀ ਆਪ ਇੱਕ ਗਵਾਹੀ ਦਿੰਦੇ ਨੇ ਕਿ ਅਸੀਂ ਉਸ ਹਸਤੀ ਨੂੰ ਵੇਖਿਆ। ਉਹ ਵਹਿਮ ਜਾਂ ਕੋਈ ਦਲੀਲ ਨਹੀਂ ਹੈ, ਜਾਂ ਕੋਈ ਇਹਦੀ ਵੀ ਉਹਦੀ ਹੋਂਦ ਨਹੀਂ ਹੈ। ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਸਾਖੀ। ਸੁਣੋ ਪਿਆਰਿਓ ਸਤਿਗੁਰ ਦੇ ਘਰ ਦੀਆਂ ਬਾਤਾਂ। ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਤਿੰਨ ਲੈ ਹਿਰਦੇ ਰਾਖੀ। ਜਿੱਥੇ ਗੁਰੂ ਕਿਰਪਾ ਕਰਦਾ ਉਹ ਟਿਕਾ ਲੈਂਦਾ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰ ਬਚਨੀ ਸਹਿਜੇ ਚਾਖੀ। ਤੈ ਭਿਆ ਪ੍ਰਗਾਸ ਮਿਟਿਆ ਅੰਧਿਆਰਾ, ਜੋ ਸੂਰਜ ਰਹਿਣ ਕੇ ਰਾਖੀ। ਅਦਿਸ਼ਟ ਅਗੋਚਰ ਰਖ ਨਿਰੰਜਨ, ਜੋ ਦੇਖਿਆ ਗੁਰਮੁਖ ਆਖੀ। ਇਹ ਸਤਿਗੁਰੂ ਜੀ ਵੀ ਸਾਨੂੰ ਗਵਾਹੀ ਦਿੰਦੇ ਨੇ, ਉਹਦੀ ਹਸਤੀ ਤਾਂ ਏਦਾਂ ਦੀ ਹੈ। ਫਿਰ ਅਸੀਂ ਅਗਲੀ ਗਵਾਹੀ ਕਰੀਏ ਵੀ ਉਹ ਕੇਵਲ ਸਾਡੇ ਵਿੱਚ ਹੀ ਨਹੀਂ, ਸਾਰਿਆਂ ਵਿੱਚ ਹੈ। ਜਿਸ ਰੂਪ ਵਿੱਚ ਉਹਦੀ ਹੋਂਦ ਨੂੰ ਅਨੁਭਵ ਕੀਤਾ, ਉਹ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੋਂਦ ਹੈ। ਸਾਰੀ ਸ੍ਰਿਸ਼ਟੀ ਵਿੱਚ ਅਸੀਂ ਸੁਖਮਣੀ ਦੀ ਬਾਣੀ 'ਚ ਇੱਕ ਪੜ੍ਹਦੇ ਹੁੰਦੇ ਹਾਂ, ਜਦੋਂ ਸੁਖਮਣੀ ਦਾ ਪਾਠ ਕਰੀਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਧਰਮਾਏ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਮਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁਟ ਦਾ ਦਿਸ਼ੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ।
ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ। ਤੋਂ ਬਿਨਾਂ ਹੋਂਦ ਨੂੰ ਕਰ ਹੀ ਨਹੀਂ ਸਕਦੇ ਵੀ ਸੰਸਾਰ ਦੀ ਹੋਂਦ ਕਿਵੇਂ ਹੋ ਸਕਦੀ। ਅਸੀਂ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦੇ, ਸੋਚ ਹੀ ਨਹੀਂ ਸਕਦੇ। ਇਹ ਗੁਣ ਉਹਦੀ ਹਸਤੀ ਦੇ ਹਨ ਜਿਹੜੇ ਗੁਰਬਾਣੀ ਨੇ ਸਾਨੂੰ ਦੱਸੇ ਹਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਹਨ। ਇਸ ਹਸਤੀ ਤੋਂ ਸੰਸਾਰ ਦੀ ਉਤਪਤੀ ਹੋਈ, ਮਨੁੱਖੀ ਜੀਵਨ ਦਾ ਮਨੋਰਥ ਸਤਿਗੁਰੂ ਜੀ ਦੱਸਦੇ ਹਨ। ਮਨੁੱਖ ਫਿਰ ਉਸ ਨੂੰ ਸਾਖਸ਼ਾਤ ਆਪਣੇ ਜੀਵਨ ਵਿੱਚ ਲਿਆਉਣਾ ਪਏਗਾ। ਚਲੋ ਹੁਣ ਅਸੀਂ ਅਗਲੀ ਗੱਲ ਚ ਕਰੀਏ ਕਿ ਇਹ ਸੰਸਾਰ ਨੂੰ ਵਾਹਿਗੁਰੂ ਦੀ ਹੋਂਦ ਦਾ ਖਿਆਲ ਕਦੋਂ ਆਇਆ। ਵਾਹਿਗੁਰੂ ਦੇ ਹੋਂਦ ਦਾ ਖਿਆਲ ਮਨੁੱਖ ਨੂੰ ਉਸ ਦਿਨ ਆਇਆ ਜਦੋਂ ਉਸਨੇ ਅੱਖਾਂ ਖੋਲੀਆਂ। ਕਿਹੜੀਆਂ ਅੱਖਾਂ? ਉਹਨੂੰ ਗਿਆਨ ਦੀ ਸੋਝੀ ਪੈ ਗਈ। ਗਿਆਨ ਦੀਆਂ ਅੱਖਾਂ, ਜਦੋਂ ਗਿਆਨ ਦੀ ਸੋਝੀ ਹੋਈ, ਉਹਨੂੰ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਉਸ ਦਿਨ ਹੋਇਆ। ਇਹ ਤਾਂ ਪਹਿਲਾਂ ਤਾਂ ਬੰਦਾ ਹੀ ਕੋਈ ਨਹੀਂ, ਰੱਬ ਕਿੱਥੇ ਹੈ ਹੀ ਨਹੀਂ ਜੀ, ਇਹੋ ਜਿਹੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ। ਲੇਕਿਨ ਮਨੁੱਖ ਨੂੰ ਜਿਹੜਾ ਅਹਿਸਾਸ ਹੋਣ ਦਾ ਖਿਆਲ ਜਿਹੜਾ ਸੀ, ਉਸ ਦਿਨ ਦੇ ਅੰਦਰ ਵੱਜਾ ਜਦੋਂ ਇਹਨੇ ਗਿਆਨ ਦੀਆਂ ਅੱਖਾਂ ਆਪਣੇ ਆਪ ਚ ਖੋਲ ਲਈਆਂ। ਉਸ ਕਰਤੇ ਦੀ ਬਣਾਈ ਹੋਈ ਕੁਦਰਤ ਦੀ ਬੇਅੰਤ ਹੈਰਾਨ ਕਰ ਦੇਣ ਵਾਲੀ ਰਚਨਾ ਨੂੰ ਦੇਖ ਕੇ ਮਨੁੱਖ ਦੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਇੱਕ ਨਿੱਕੀ ਜਿਹੀ ਚੀਜ਼ ਬਿਨਾਂ ਗਿਆਨ, ਇੱਕ ਨਿੱਕੀ ਜਿਹੀ ਚੀਜ਼ ਬਿਨਾਂ ਗਿਆਨ, ਇਰਾਦੇ ਕਾਰਨ ਤੇ ਯਤਨ ਦੇ ਆਪੇ ਨਹੀਂ ਬਣ ਸਕਦੀ। ਨਿੱਕੀ ਜਿਹੀ ਚੀਜ਼ ਵੀ ਬਿਨਾਂ ਗਿਆਨ ਤੋਂ ਨਹੀਂ ਬਣ ਸਕਦੀ। ਇਹ ਮਨੁੱਖ ਨੂੰ ਅਹਿਸਾਸ ਹੋ ਗਿਆ ਕਿ ਨਿੱਕੀ ਜਿਹੀ ਚੀਜ਼ ਬਿਨਾਂ ਗਿਆਨ ਤੋਂ ਨਹੀਂ ਬਣ ਸਕਦੀ, ਨਾ ਹੀ ਇਹਦੇ ਕਾਰਨ ਤੇ ਯਤਨ। ਜੇ ਉਹਦਾ ਕਾਰਨ ਵੀ ਨਹੀਂ ਬਣਾਉਣ ਦਾ ਸੋਚਿਆ ਤੇ ਉਹਦਾ ਯਤਨ ਕੀ ਹੋਏਗਾ? ਨਾ ਕਾਰਨ ਤੋਂ ਬਿਨਾਂ ਬਣਨੀ ਹੈ, ਨਾ ਯਤਨ ਤੋਂ ਬਿਨਾਂ ਬਣਨੀ ਹੈ। ਉਹ ਤਾਂ ਹੋਏਗਾ ਜੇ ਗਿਆਨ ਹੋਏਗਾ। ਜਦੋਂ ਮਨੁੱਖ ਦੀਆਂ ਅੱਖਾਂ ਗਿਆਨ ਦੀਆਂ ਅੱਖਾਂ ਖੁੱਲਦੀਆਂ ਹਨ, ਉਦੋਂ ਉਹਨੂੰ ਵਾਹਿਗੁਰੂ ਦੀ ਹੋਂਦ ਦੀ ਅਹਿਸਾਸ ਹੁੰਦਾ, ਔਰ ਉਦੋਂ ਹੀ ਮਨੁੱਖ ਵਾਹਿਗੁਰੂ ਦੀ ਯਾਦ ਵਾਲੇ ਪਾਸੇ ਨੂੰ ਤੁਰਦਾ ਹੈ। ਨਹੀਂ ਤਾਂ ਮਨੁੱਖ ਤੁਰਦਾ ਹੀ ਨਹੀਂ ਉਸ ਪਾਸੇ ਚੱਲਦਾ ਹੀ ਨਹੀਂ ਹੈ। ਹੁਣ ਏਦਾਂ ਸੀ ਵੀ ਜੇ ਮਨੁੱਖ ਨੂੰ ਖਿਆਲ ਆ ਗਿਆ ਤਾਂ ਫਿਰ ਇਹ ਏਡਾ ਵੱਡਾ ਜਗਤ ਸੰਸਾਰ ਜਿਹੜਾ ਸੀ, ਇਹ ਕਿਵੇਂ ਬਣ ਗਿਆ? ਇਹਦਾ ਕਰਤਾ ਕੌਣ ਹੈ? ਬਣਾਉਣ ਵਾਲਾ ਕੌਣ ਹੈ? ਇਹ ਖਿਆਲ ਵੀ ਵਾਹਿਗੁਰੂ ਦੀ ਹਸਤੀ ਨੂੰ ਮੰਨਣ ਤੇ ਜਿਹੜਾ ਇਹ ਖਿਆਲ ਹੈ ਨਾ ਵੀ ਇਹ ਜਗਤ ਕਿਹਨੇ ਬਣਾਇਆ, ਜਗਤ ਕਿਵੇਂ ਬਣ ਗਿਆ, ਇਹ ਖਿਆਲ ਹੀ ਵਾਹਿਗੁਰੂ ਦੀ ਹਸਤੀ ਨੂੰ ਸਾਡੇ ਅੰਦਰ ਹੋਰ ਪੱਕਾ ਕਰਦਾ, ਹੋਰ ਸਾਡੇ ਅੰਦਰ ਉਹਦਾ ਪ੍ਰਭਾਵ ਪਾਉਂਦਾ। ਇਸ ਦਾ ਕਰਤਾ ਕੌਣ ਹੈ? ਇਹ ਖਿਆਲ ਵਾਹਿਗੁਰੂ ਨੂੰ ਹੱਸਣ ਦੇ, ਵਾਹਿਗੁਰੂ ਨੂੰ ਮਹਿਸੂਸ ਕਰਨ ਦੇ, ਵਾਹਿਗੁਰੂ ਦੇ ਬਾਰੇ ਜਾਣ ਲੈਣ ਦੇ ਕੁਝ ਐਸੇ ਨੁਕਤੇ ਹਨ ਜਿਨ੍ਹਾਂ ਕਰਕੇ ਮਨੁੱਖ ਦੇ ਅੰਦਰ ਇਹ ਗਿਆਨ ਦੀ ਗੱਲ ਜਿਹੜੀ ਹੈ ਉਹ ਨੁਕਤੇ ਹੁੰਦੇ ਗਿਆਨ ਨਾਲ ਸਮਝ ਆਉਂਦੇ ਨੇ। ਉਹ ਗਿਆਨ ਕੇਵਲ ਬਾਹਰੀ ਗਿਆਨ ਨਹੀਂ ਹੈ, ਪਦਾਰਥਾਂ ਦਾ ਗਿਆਨ ਨਹੀਂ ਹੈ। ਜਿਹੜਾ ਕਿ ਬਾਹਰੀ ਗਿਆਨ, ਪਦਾਰਥਾਂ ਦਾ ਗਿਆਨ ਕੇਵਲ ਉਹ ਨਹੀਂ ਹੈ। ਇਹ ਗਿਆਨ ਅੰਦਰ ਨਾਲ ਸੰਬੰਧ ਰੱਖਦਾ, ਉਹ ਚੀਜ਼ ਹੈ। ਤੋ ਜਦੋਂ ਕੋਈ ਵੀ ਚੀਜ਼ ਪੁਰਾਣੇ ਸੰਸਕਾਰ, ਪੁਰਾਣੀਆਂ ਮਨੋਤਾਂ ਦੇ ਉੱਤੇ ਚੱਲਦੀ ਹੋਵੇ ਤਾਂ ਉਹਦਾ ਰਿਜ਼ਲਟ ਕੀ ਹੁੰਦਾ, ਨਤੀਜਾ ਕੀ ਹੁੰਦਾ ਵੀ ਵਾਹਿਗੁਰੂ ਜੀ ਦੀ ਪੂਜਾ ਦੇ ਨਾਲ ਨਾਲ ਉਹਨਾਂ ਹਸਤੀਆਂ ਦੀ ਪੂਜਾ ਵੀ ਸ਼ੁਰੂ ਹੋ ਗਈ। ਉਹਨਾਂ 'ਚ ਪੂਜਾ ਕਿਹੜੀ ਸੀ? ਤਤ ਪੂਜਾ, ਜਿਹਨੂੰ ਅਸੀਂ ਤਤਵ ਪੂਜਾ ਵੀ ਕਹਿੰਦੇ ਹਾਂ। ਉਹ ਕੀ ਹੈ? ਪਹਿਲਾਂ ਮਨੁੱਖ ਨੇ ਭੁੱਲ ਗਿਆ, ਉਹਨੇ ਸੂਰਜ ਦੀ ਪੂਜਾ ਕਰਨੀ ਸ਼ੁਰੂ ਕੀਤੀ, ਚੰਦਰਮਾ ਦੀ ਪੂਜਾ ਕਰਨੀ। ਅੱਜ ਵੀ ਅਸੀਂ ਸੰਗਰਾਂਦ ਬਣਾ ਕੇ ਸੂਰਜ ਦੀ ਪੂਜਾ ਕਰ ਰਹੇ ਹਾਂ। ਚੰਦਰਮਾ ਦੀ ਪੂਜਾ, ਅਸੀਂ ਮੱਸਿਆ ਪੁੰਨਿਆਂ 'ਚ ਫਸ ਕੇ ਚੰਦਰਮਾ ਦੀ ਪੂਜਾ ਕਰ ਰਹੇ ਹਾਂ। ਪੌਣ ਪਾਣੀ, ਅਗਨੀ ਦੀਆਂ ਪ੍ਰਕਰਮਾ ਕਰਕੇ ਅਸੀਂ ਪੂਜਾ ਕਰ ਰਹੇ ਹਾਂ। ਹਿੰਦੂ ਸਮਾਜ ਵਿੱਚ ਤਾਂ ਕੋਈ ਕੰਮ ਅੱਗ ਦੀ ਪੂਜਾ ਤੋਂ ਬਿਨਾਂ ਬੁਰਾ ਨਹੀਂ ਮੰਨਿਆ ਜਾਂਦਾ। ਕੁਦਰਤ ਨੂੰ ਕਾਦਰ ਸਮਝ ਕੇ ਮੰਨਣਾ ਸ਼ੁਰੂ ਕਰ ਦਿੱਤਾ, ਕੁਦਰਤ ਨੂੰ ਕਾਦਰ ਸਮਝ ਕੇ ਮੰਨਣਾ ਸ਼ੁਰੂ ਕਰ ਦਿੱਤਾ।
ਪੁਰਾਣੇ ਜਿਹੜੇ ਮਜ਼ਹਬ ਸੀ, ਧਰਤੀ ਨੂੰ ਇਸ ਲਈ ਪੂਜਿਆ ਗਿਆ ਕਿ ਉਹ ਫਲ ਦਿੰਦੀ ਹੈ, ਅੰਨ ਦਿੰਦੀ ਹੈ, ਅਨਾਜ ਦਿੰਦੀ ਹੈ, ਤਾਂ ਧਰਤੀ ਦੀ ਪੂਜਾ ਹੋ ਗਈ। ਧਰਤੀ ਦੀ ਪੂਜਾ ਕਰੋ, ਧਰਤੀ ਮਾਂ ਕਰਕੇ ਧਰਤੀ ਮਾਤਾ ਹੈ। ਮਾਤਾ ਕਿਉਂ ਕਿਹਾ? ਕਿਉਂਕਿ ਇਹ ਖਾਣ ਲਈ ਦਿੰਦੀ ਹੈ। ਜਿਵੇਂ ਬੱਚਿਆਂ ਦੀ ਪਾਲਣਾ ਪੋਸ਼ਣਾ ਮਾਂ ਕਰਦੀ ਹੈ, ਤੇ ਮੰਨਿਆ ਗਿਆ ਵੀ ਧਰਤੀ ਵੀ ਇਸੇ ਤਰ੍ਹਾਂ ਹੀ ਸਾਡੀ ਪਾਲਣਾ ਪੋਸ਼ਣਾ ਕਰਕੇ ਸਾਨੂੰ ਖਾਣ ਦੇ ਲਈ ਪਦਾਰਥ ਦਿੰਦੀ ਹੈ। ਇਸ ਵਾਸਤੇ ਇਹ ਸਾਡੀ ਮਾਤਾ ਹੈ, ਤੇ ਧਰਤੀ ਨੂੰ ਮਾਤਾ ਕਹਿ ਦਿੱਤਾ ਗਿਆ। ਮੈਕਸੀਕੋ ਦੇ ਵਿੱਚ ਇੱਕ ਸੁੰਦਰ ਇਸਤਰੀ ਨੂੰ ਚੰਗੇ ਕੱਪੜੇ ਪਹਿਨਾ ਕੇ ਧਰਤੀ ਦੇਵੀ ਕਹਿੰਦੇ ਸਨ। ਉਸ ਨੂੰ ਖੇਤੀਬਾੜੀ ਲਈ ਬਲੀਦਾਨ ਕਰਦੇ ਸਨ, ਉਹਦੀ ਕੁਰਬਾਨੀ ਦਿੰਦੇ ਸਨ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਕਰਤਾ ਪੁਰਖ ਨਾ ਸੇਵਿਓ, ਕੀਤੋ ਨਾ ਕਰਤ ਕਰ ਜਾਣੇ। ਕੀਤੇ ਨੂੰ ਕਰਤਾ ਕਰ ਜਾਣਦਾ, ਜਿਹੜਾ ਕੀਤੇ ਨੂੰ ਕਰਤਾ ਕਰਕੇ ਜਾਣਦਾ ਸੀ, ਪਰ ਕਰਤਾ ਪੁਰਖ ਨਾ ਸੇਵਿਓ, ਉਹਦੀ ਸੇਵਾ ਹੀ ਨਹੀਂ ਕੀਤੀ। ਤੇ ਕੀਤੋ ਨੂੰ ਕਰਤਾ ਕਰ ਜਾਣੇ, ਜਿਹੜਾ ਉਹਦਾ ਬਣਾਇਆ ਸੀ ਉਹਨੂੰ ਹੀ ਕਰਤਾ ਕਰਕੇ ਮੰਨਣ ਲੱਗ ਪਏ। ਇਹ ਹਾਲਤ ਬਣੀ ਪਈ ਸੀ। ਪਾਣੀ ਜ਼ਿੰਦਗੀ ਤੇ ਠੰਡ ਚੀਜ਼ ਦਿੰਦਾ ਹੈ, ਨਿਰਮਲ ਕਰਦਾ ਹੈ, ਪਵਿੱਤਰ ਕਰਦਾ ਹੈ। ਇਸ ਲਈ ਪਾਣੀ ਦੀ ਪੂਜਾ ਸ਼ੁਰੂ ਹੋ ਗਈ। ਪਾਣੀ ਲੋੜ ਹੈ ਨਾ, ਜੀਵਨ ਜ਼ਿੰਦਗੀ ਪਾਣੀ ਤੋਂ ਬਿਨਾਂ ਹੈ ਨਹੀਂ। ਧਰਤੀ ਤੋਂ ਬਿਨਾਂ ਜਨਮ ਨਹੀਂ ਸੀ ਹੋ ਸਕਦਾ, ਧਰਤੀ ਦੀ ਗੱਲ ਹੋ ਗਈ, ਉਹਦੀ ਪੂਜਾ ਸ਼ੁਰੂ ਹੋ ਗਈ। ਇਸੇ ਤਰ੍ਹਾਂ ਜ਼ਿੰਦਗੀ ਪਾਣੀ ਦੇ ਬਿਨਾਂ ਜ਼ਿੰਦਗੀ ਨਹੀਂ ਸੀ, ਤੇ ਪਾਣੀ ਦੀ ਪੂਜਾ ਸ਼ੁਰੂ ਕਰ ਦਿੱਤੀ। ਅੱਗ ਜਿਹੜੀ ਸੀ ਸਾਡਾ ਖਾਣਾ ਪਕਾਉਂਦੀ ਸੀ, ਉਹਦੇ ਤੇ ਸਾਨੂੰ ਖਾਣ ਨੂੰ ਮਿਲਦਾ ਸੀ, ਇਸ ਲਈ ਉਹਦੀ ਪੂਜਾ ਵੀ ਸ਼ੁਰੂ ਕਰਤੀ। ਹਨੇਰੇ ਤੋਂ ਡਰ ਕੇ ਚੰਨ ਤੇ ਸੂਰਜ ਨੂੰ ਪੂਜਿਆ ਗਿਆ। ਸੰਗਰਾਂਦਾਂ ਮੱਸਿਆ ਪੁੰਨਿਆ ਸ਼ੁਰੂ ਹੋ ਗਈ। ਇਹ ਸਾਰੀਆਂ ਚੀਜ਼ਾਂ ਸਮਾਜ ਵਿੱਚ ਅਜੇ ਤੱਕ ਵੀ ਚੱਲ ਰਹੀਆਂ। ਇਸ ਤੋਂ ਬਿਨਾਂ ਜੇ ਆਪਾਂ ਹੋਰ ਵੀ ਗੱਲਾਂ ਕਰੀਏ ਥੋੜੀਆਂ ਬਹੁਤੀਆਂ, ਜੇ ਅਸੀਂ ਕਰਦੇ ਹਾਂ, ਇਹ ਤਾਂ ਚਲੋ ਜਿਹੜੀਆਂ ਚੀਜ਼ਾਂ ਸੀ, ਕਈ ਜਾਨਵਰਾਂ ਦੀ ਪੂਜਾ ਵੀ ਸ਼ੁਰੂ ਹੋ ਗਈ, ਜੀਵ ਜੰਤੂਆਂ ਦੀ ਪੂਜਾ ਵੀ ਸ਼ੁਰੂ ਹੋ ਗਈ। ਜਿਹੜੀ ਸੀ ਉਹਦੇ ਚ ਬਿੱਲੀ ਦੀ, ਸੱਪ ਦੀ, ਬਾਜ ਦੀ, ਗਾਂ ਦੀ, ਹਾਥੀ ਦੀ, ਇਹ ਸਾਰੀਆਂ ਪੂਜਾ ਕੀਤੀ। ਇਹਨੂੰ ਛੱਡ ਦਿਓ, ਬਨਸਪਤੀ ਦੀ ਪੂਜਾ ਵੀ ਸ਼ੁਰੂ ਕਰ ਦਿੱਤੀ। ਕੋਈ ਪਿੱਪਲ ਦੀਆਂ ਜੜ੍ਹਾਂ 'ਚ ਤੇਲ ਪਾਈ ਜਾਂਦਾ, ਕੋਈ ਪਿੱਪਲ ਦੀਆਂ ਜੜ੍ਹਾਂ 'ਚ ਪਾਣੀ ਪਾਈ ਜਾਂਦਾ। ਬਨਸਪਤੀ ਦੀ ਪੂਜਾ ਵੀ ਸ਼ੁਰੂ ਹੋ ਗਈ। ਰੁੱਖਾਂ ਨੂੰ ਪੂਜਾ, ਕੋਈ ਤੁਲਸੀ ਦੀ ਪੂਜਾ ਕਰੀ ਜਾਂਦਾ, ਤੁਲਸੀ ਦੀ ਪੂਜਾ ਹੋ ਰਹੀ ਹੈ। ਕੋਈ ਪਿੱਪਲ ਦੇ ਜਾ ਕੇ ਥੱਲੇ ਬੈਠ ਕੇ ਉਹਦੀ ਪੂਜਾ ਕਰੀ ਜਾਂਦਾ। ਜੋਗੀ ਲੋਕ ਜ਼ਿਆਦਾ ਪਿੱਪਲ ਦੀਆਂ ਜੜ੍ਹਾਂ 'ਚ ਜਾ ਕੇ ਬੈਠਦੇ ਸਨ। ਜਿੱਥੇ ਗੁਰੂ ਨਾਨਕ ਮੱਤੇ ਵੀ ਉਹ ਪਿੱਪਲ ਅੱਜ ਤੱਕ ਨਿਸ਼ਾਨੀ ਹੈ ਇਸ ਗੱਲ ਦੀ। ਜੋਗ ਮਾਤਾ ਵਾਲੇ ਪਿੱਪਲ ਦੀ ਪੂਜਾ ਵੀ ਕਰਾਉਂਦੇ ਸਨ। ਤਾਂ ਕਹਿਣ ਦਾ ਮੇਰਾ ਮਤਲਬ ਹੈ, ਗੁਰੂ ਜੀ ਨੇ ਜੋ ਮਾਰਗ ਸਾਨੂੰ ਦਿੱਤਾ, ਸਤਿਗੁਰੂ ਜੀ ਨੇ ਇਹਨਾਂ ਕੀਰਤਨ ਪੂਜਾ ਨੂੰ ਬਿਲਕੁਲ ਹੀ ਖਤਮ ਕੀਤਾ, ਖੰਡਨ ਕੀਤਾ। ਕੀਰਤਨ ਦੀ ਪੂਜਾ ਕਰਨ ਦੀ ਗੱਲ ਨਹੀਂ ਕੀਤੀ। ਸਤਿਗੁਰੂ ਕਹਿੰਦੇ ਭੈ ਵਿੱਚ ਪਵਨ ਵਹੇ ਸਦਭਾਵ। ਜਦੋਂ ਗੁਰੂ ਜੀ ਪੂਜਾ ਦੀ ਗੱਲ ਕਰਦੇ ਹੋ, ਛੱਡੋ ਕਹਿੰਦੇ ਹੁਕਮ ਚੱਲਦੀ ਹੈ। ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਰ ਕੱਢਿਆ ਬੇਕਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਅਖੀਰ ਤੇ ਜਾ ਕੇ ਫਿਰ ਸਤਿਗੁਰੂ ਉੱਥੇ ਜਾ ਕੇ ਲਿਖਦੇ, ਸਗਲਿਆਂ ਭਉ ਲਿਖਿਆ ਸਿਰ ਲੈ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਗੱਲ ਸਾਨੂੰ ਆਸਾਵਾਰ ਸਮਝਾਤੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਨਖੱਤਰਾਂ ਦੀ ਪੂਜਾ ਕਰਦੇ ਹੋ, ਦੂਜਿਆਂ ਦੀ ਪੂਜਾ ਕਰਦੇ ਹੋ, ਪਰ ਗੁਰਮਤ ਨੇ ਇਹ ਗੱਲ ਮਾਰਗ ਨਹੀਂ ਦੱਸਿਆ। ਦਰਪੇ ਧਰਤ ਆਕਾਸ਼ ਨਖੱਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੇਸੰਤਰ, ਦਰਪੇ ਇੰਦਰ ਵਿਚਾਰਾ। ਉਹ ਤਾਂ ਸਾਰੇ ਭੈ ਵਿੱਚ ਨੇ। ਜਿਹੜੀ ਚੀਜ਼ ਆਪ ਭੈ ਵਿੱਚ ਹੈ, ਉਹਦੀ ਪੂਜਾ ਕਰਕੇ ਲਓਗੇ ਕੀ ਉਹਦੇ ਕੋਲੋਂ? ਇਹ ਤਾਂ ਆਪ ਉਹਦੇ ਭੈ ਵਿੱਚ ਨੇ। ਉਹ ਗੱਲ ਸਾਰੀ ਇਹ ਕਿ ਸਾਰੀ ਰਚਨਾ ਵਾਹਿਗੁਰੂ ਦੇ ਆਪਣੇ ਭਉ ਵਿੱਚ ਹੈ, ਆਪਣੇ ਹੁਕਮ ਵਿੱਚ ਹੈ। ਇਸ ਲਈ ਉਹਦੇ
ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ, ਅਦਬ ਵਿੱਚ, ਡਰ ਵਿੱਚ, ਭਾਵ ਵਿੱਚ ਰਹਿਣ ਦੀ ਲੋੜ ਹੈ। ਇਹ ਧਰਤੀ ਦੀ ਰਚਨਾ ਤੋਂ, ਬਣਾਈ ਹੋਈ ਉਹਦੀ ਰਚਨਾ ਤੋਂ ਡਰਨ ਦੀ ਲੋੜ ਨਹੀਂ। ਨਾ ਹੀ ਇਹਦੀ ਕੋਈ ਪੂਜਾ ਦਾ ਨਾਲ ਕੁਝ ਪ੍ਰਾਪਤ ਹੋਏਗਾ। ਭਾਵੇਂ ਉਹਨੂੰ ਮੌਲੀਆਂ ਬੰਨ ਲਈਏ, ਭਾਵੇਂ ਉਹਨਾਂ ਨੂੰ ਤੇਲ ਦੇ ਲਈਏ, ਭਾਵੇਂ ਉਹਨਾਂ ਦੇ ਸ਼ਨੀ ਦੇ ਮੰਦਿਰਾਂ 'ਚ ਜਾ ਕੇ ਤੇਲ ਪਾ ਆਈਏ, ਤੇ ਭਾਵੇਂ ਪਿੱਪਲ ਦੇ ਥੱਲੇ ਬੈਠ ਜਾਈਏ, ਭਾਵੇਂ ਸੱਪ ਦੀਆਂ ਖੁੱਡਾਂ ਨੂੰ ਵਿੱਚ ਦੁੱਧ ਪਾ ਦਈਏ, ਭਾਵੇਂ ਜਾਂ ਪਾਣੀ ਦੀ ਪੂਜਾ ਕਰੀਏ, ਖਵਾਜਾ ਕਹਿ ਕੇ ਉਹਨੂੰ ਪੂਜ ਲਈਏ, ਤੇ ਭਾਵੇਂ ਅਸੀਂ ਹੋਰ ਪੂਜਾ ਕਰ ਲਈਏ। ਇਹ ਸਾਰੀਆਂ ਪੂਜਾ ਜਿਹੜੀਆਂ ਨਿਰਾਰਥਕ ਮੰਨੀਆਂ ਗੁਰਬਾਣੀ ਨੇ, ਕਿਉਂਕਿ ਇਹ ਕਿਰਤਮ ਹੈ, ਇਹ ਕਰਤਾਰ ਨਹੀਂ ਹੈ। ਇਹ ਨਾਸ਼ਵਾਨ ਹਨ, ਵਿਨਾਸ਼ ਹੋ ਜਾਣਗੀਆਂ। ਇਹ ਕਦੀ ਵੀ ਐਸਾ ਨਾ ਹੋਏਗਾ ਨਾਸ਼ ਨਾ ਹੋ। ਗੁਰਮਤਿ ਨੇ ਇਹ ਮਾਰਗ ਮੰਨਿਆ, ਗੁਰਮਤਿ ਨੇ ਇਹ ਗੱਲ ਸਮਝਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸਾਨੂੰ ਗੱਲ ਕਰਦੇ ਨੇ ਵੀ ਇਹ ਸਾਰੀ ਰਚਨਾ ਵਾਹਿਗੁਰੂ ਦੇ ਭੈ ਵਿੱਚ, ਡਰ ਵਿੱਚ ਚੱਲ ਰਹੀ ਹੈ, ਇਸ ਲਈ ਉਹਦੇ ਭੈ ਤੇ ਪ੍ਰੇਮ ਵਿੱਚ ਰਹਿਣ ਦੀ ਲੋੜ ਹੈ। ਉਹਦੇ ਭੈ ਤੇ ਪ੍ਰੇਮ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਦੀ ਲੋੜ ਹੈ, ਨਾ ਕਿ ਉਹ ਤੋਂ ਡਰ ਕੇ ਕਿਸੇ ਹੋਰ ਦੀ ਪੂਜਾ ਕਰਨ ਦੀ ਗੱਲ ਕਰਨ ਲੱਗ ਪਈ। ਕਰਤਾਰ ਦੀ ਰਚਨਾ ਤੋਂ ਡਰਨ ਦੀ ਲੋੜ ਨਹੀਂ, ਉਹਦੀ ਕੁਦਰਤ ਤੋਂ ਡਰਨ ਦੀ ਲੋੜ ਨਹੀਂ। ਕਾਦਰ ਕੁਦਰਤ ਦਾ ਮਾਲਕ ਹੈ, ਕੁਦਰਤ ਉਸ ਦੇ ਉੱਤੇ ਕਦੀ ਨਹੀਂ ਹੋ ਸਕਦੀ, ਕੁਦਰਤ ਉਸ ਤੋਂ ਵੱਡੀ ਨਹੀਂ ਹੋ ਸਕਦੀ। ਕਿਉਂ? ਜੋ ਪੂਜਾ ਇਹ ਕਰ ਰਹੇ ਸੀ ਉਹ ਕੁਦਰਤ ਦੀ ਪੂਜਾ ਸ਼ੁਰੂ ਹੋ ਗਈ। ਪਰ ਜੇ ਕਾਦਰ ਤੋਂ ਵੱਡੀ ਹਸਤੀ ਕੁਦਰਤ ਜਿਹੜੀ ਹੈ ਉਹ ਨਹੀਂ ਬਣ ਸਕਦੀ। ਕਿਉਂ? ਕਿਉਂਕਿ ਉਹ ਕਾਦਰ ਦੀ ਬਣਾਈ ਹੋਈ ਹੈ। ਤੋ ਇਹ ਇੱਕ ਐਸਾ ਸਬਜੈਕਟ ਬਣਦਾ ਹੈ ਵੀ ਕਾਦਰ ਦੇ ਗੁਣ ਕੀ ਹੈ, ਉਹਦੀ ਹੋਂਦ ਕੀ ਹੈ, ਗੁਰਮਤਿ ਵਿੱਚ ਅਕਾਲ ਪੁਰਖ ਦਾ ਕੀ ਸੰਕਲਪ ਹੈ, ਫਿਰ ਅਵਤਾਰ ਪੂਜਾ ਕਦੋਂ ਸ਼ੁਰੂ ਹੋਈ, ਦੇਵ ਪੂਜਾ ਕਦੋਂ ਸ਼ੁਰੂ ਹੋਈ, ਇਹ ਸਾਰਾ ਕੁਝ ਜਿਹੜਾ ਹੈ, ਇਹ ਮੂਰਤੀ ਪੂਜਾ ਦਾ ਕਦੋਂ ਵਿਧਾਨ ਚੱਲਿਆ, ਕਿਉਂ ਮੂਰਤੀ ਪੂਜਾ ਕੀਤੀ ਗਈ, ਮੂਰਤੀ ਪੂਜਾ ਕਿਵੇਂ ਹੋਈ। ਉਸ ਤੋਂ ਬਾਅਦ ਫਿਰ ਅਸੀਂ ਇਹ ਗੱਲ ਕਰਾਂਗੇ ਰੱਬ ਹੈ ਕੀ ਚੀਜ਼। ਇਹ ਗੱਲਾਂ ਕਰਨ ਤੋਂ ਬਾਅਦ ਫਿਰ ਅਸੀਂ ਵਿਚਾਰਾਂਗੇ ਰੱਬ ਕੀ ਚੀਜ਼ ਹੈ। ਇਸ ਵਾਸਤੇ ਥੋੜਾ ਜਿਹਾ ਹੋਰ ਸਮਾਂ ਨੂੰ ਇੱਕ ਅੱਧਾ ਲੈਕਚਰ ਆਪਾਂ ਵਿਚਾਰ ਕਰਾਂਗੇ, ਜਿਹਦੇ 'ਚ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਾਂਗੇ, ਤਾਂ ਸਹੀ ਜਾ ਕੇ ਇਹ ਜਿਹੜਾ ਸਬਜੈਕਟ ਹੈ ਕਲੈਰਿਟੀ ਵਾਲੇ ਪਾਸੇ ਚੱਲੇਗਾ। ਇਉਂ ਤਾਂ ਗੁੰਝਲਦਾਰ ਜਿਹਾ ਹੀ ਲੱਗਦਾ, ਤੇ ਜਦੋਂ ਪਰ ਅੱਗੇ ਨੂੰ ਅਸੀਂ ਤੁਰਦੇ ਜਾਵਾਂਗੇ ਵੀ ਰੱਬ ਕੀ ਹੈ, ਤਾਂ ਉੱਥੋਂ ਸਾਨੂੰ ਕਲੈਰਿਟੀ ਜਿਹੜੀ ਹੈ ਹੋਰ ਮਿਲੇਗੀ ਪਰਮਾਤਮਾ ਦੀ ਹੋਂਦ ਬਾਰੇ। ਪਰਮਾਤਮਾ ਕੀ ਹੈ, ਕਿਹੋ ਜਿਹਾ ਹੈ, ਕਿਸ ਤਰ੍ਹਾਂ ਦਾ ਹੈ, ਉਹ ਵਿਚਾਰਾਂ ਆਪਾਂ ਫਿਰ ਕਰਾਂਗੇ। ਅਗਲੇ ਹਫ਼ਤੇ ਦਾ ਜੋ ਸਮਾਂ ਮਿਲਿਆ ਵਾਹਿਗੁਰੂ ਦੀ ਕਿਰਪਾ ਨਾਲ ਆਪ ਜੀ ਨਾਲ ਸਾਂਝ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਤਿਕਾਰ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।